ਹੈਲੋ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ATT ਪੇਪਰ 2 635 ਜੋ ਵੈਕੈਂਸੀਆਂ ਆਈਆਂ ਹੋਈਆਂ ਨੇ ਉਸ ਦੇ ਸਿਲੇਬਸ ਦੇ ਅਕੋਰਡਿੰਗ ਮੈਥ ਦਾ ਇੱਕ ਟੌਪਿਕ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ, ਜਿਸ ਦਾ ਨਾਮ ਹੈ ਟ੍ਰਾਈਐਂਗਲ, ਮਤਲਬ त्रिभुज। ठीक है, ये त्रिभुज ਦਾ ਪਾर्ट 1 ਹੋਏਗਾ और ये चैप्टर जो बेस बनाया गया है वो क्लास 9 ਦਾ 7th ਚੈਪਟਰ है, क्योंकि ट्रायंगल चैप्टर जो है वो क्लास 10th ਦੇ ਵਿੱਚ ਵੀ ਹੈ और क्लास 9 ਦੇ ਵਿੱਚ ਵੀ है। सो ਆਪਾਂ ਇਹਨੂੰ ਦੋ ਪਾर्ट ਦੇ ਵਿੱਚ ਕਵਰ ਕਰਾਂਗੇ। ਪਹਿਲੇ ਪਾर्ट ਦੇ ਵਿੱਚ क्लास 9 ਦਾ 7th ਚੈਪਟਰ ਕਰਾਂਗੇ और अगली वीडियो ਦੇ ਵਿੱਚ ਕੀ ਹੈ ट्रायंगल ਦਾ ਸੈਕੰਡ ਪਾर्ट ਕਰਾਂਗੇ जो क्लास 10th ਦੇ ਵਿੱਚ ਹੈ। ठीक है, सो स्टार्ट करते हैं। ਸਭ ਨੂੰ ਪਤਾ ਹੈ ਕਿ ਇੱਕ त्रिभुज ਕੀ ਹੁੰਦੀ ਹੈ। ਇੱਕ त्रिभुज ਜੋ ਹੈ ਤਿੰਨ ਰੇਖਾਵਾਂ ਜੋ ਆਪਸ ਵਿੱਚ ਕੱਟਦੀਆਂ ਨੇ ਉਹਨਾਂ ਤੋਂ ਬਣੀ ਇੱਕ ਬੰਦ ਆਕ੍ਰਿਤੀ ਹੈ, ਜਿਸ ਨੂੰ ਕੀ ਕਹਿੰਦੇ ਆ, त्रिभुज ਕਹਿੰਦੇ ਆ। त्रिभुज ਨੂੰ ਅਗਰ ਤੁਸੀਂ ਤੋੜ ਕੇ ਦੇਖੋਗੇ त्रिभुज ਸ਼ਬਦ ਨੂੰ ਤਾਂ ਦੋ ਸ਼ਬਦਾਂ ਤੋਂ ਬਣਿਆ, त्रि प्लस भुज। त्रि ਦਾ ਮਤਲਬ ਹੈ ਤਿੰਨ, ਭੁਜ ਦਾ ਮਤਲਬ ਹੈ ਭੁਜਾਵਾਂ, ਸਾਈਡ। ठीक है, मतलब ਤਿੰਨ ਸਾਈਡ ਤੋਂ ਬਣਿਆ ਮਿਲ ਕੇ ਬੰਦ ਆਕ੍ਰਿਤੀ ਜੋ ਬਣਦੀ ਹੈ ਉਸ ਨੂੰ ਕੀ ਕਹਿੰਦੇ ਆ, ਟ੍ਰਾਇੰਗਲ ਕਹਿੰਦੇ ਆ। ਠੀਕ ਹੈ, ਸੋ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਕ त्रिभुज ਦੇ ਵਿੱਚ ਤਿੰਨ ਭੁਜਾਵਾਂ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਸ ਦਾ ਨਾਮ ਆਪਾਂ A, B ਔਰ C ਰੱਖ ਲਈਏ ਤਾਂ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਤਿੰਨ ਭੁਜਾਵਾਂ ਨੇ। ਪਹਿਲੀ ਭੁਜਾ ਕਿਹੜੀ ਹੈ, A ਔਰ B। ठीक है, दूसरी भुजा ਕਿਹੜੀ ਹੈ, B ਔਰ C ਔਰ ਤੀਸਰੀ ਕਿਹੜੀ ਹੈ, A ਔਰ C। ਇਹ ਕੀ ਨੇ, ਤਿੰਨ ਭੁਜਾਵਾਂ ਨੇ। ਠੀਕ ਹੈ, ਇੱਕ त्रिभुज ਵਿੱਚ ਤਿੰਨ ਭੁਜਾਵਾਂ ਹੁੰਦੀਆਂ ਨੇ ਔਰ ਤਿੰਨ ਹੀ ਕੋਣ ਹੁੰਦੇ ਆ। ਤਿੰਨ ਕੋਣ ਕਿਹੜੇ ਕਿਹੜੇ ਆ, ਐਂਗਲ A, ਐਂਗਲ B ਔਰ ਐਂਗਲ C। ਇਹ ਕੀ ਆ, त्रिभुज ਦੇ ਤਿੰਨ ਕੋਣ ਆ। ਇਸ ਤੋਂ ਇਲਾਵਾ त्रिभुज ਦੇ ਵਿੱਚ ਤਿੰਨ ਸਿਖਰ ਵੀ ਹੁੰਦੇ ਆ। ਸਿਖਰ ਕਿਹੜੇ ਕਿਹੜੇ ਆ, ਜਿੱਥੇ ਭੁਜਾਵਾਂ ਆਪਸ ਦੇ ਵਿੱਚ ਕੱਟਦੀਆਂ ਨੇ। ਫੋਰ ਐਗਜ਼ਾਮਪਲ ਇੱਕ ਤਾਂ A ਪੁਆਇੰਟ 'ਤੇ ਕੱਟ ਰਹੀ ਹੈ ਔਰ ਦੂਸਰੀ B 'ਤੇ ਕੱਟ ਰਹੀ ਹੈ ਔਰ ਤੀਸਰੀ C 'ਤੇ ਕੱਟ ਰਹੀ ਹੈ। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਇੱਕ त्रिभुज ਉਹ ਹੈ ਜਿਸ ਦੀਆਂ ਤਿੰਨ ਭੁਜਾਵਾਂ ਹੋਣਗੀਆਂ, ਤਿੰਨ ਕੋਣ ਹੋਣਗੇ ਔਰ ਤਿੰਨ ਹੀ ਸਿਖਰ ਹੋਣਗੇ। ਸੋ ਇੱਕ त्रिभुज ਵਿੱਚ ਤਿੰਨ ਭੁਜਾਵਾਂ ਹੋਣਗੀਆਂ, ਤਿੰਨ ਕੋਣ ਹੋਣਗੇ ਔਰ ਤਿੰਨ ਹੀ ਸਿਖਰ ਹੋਣਗੇ। ਠੀਕ ਹੈ, ਇਹ ਬੇਸਿਕ ਚੀਜ਼ਾਂ ਨੇ त्रिभुज ਦੇ ਵਿੱਚ ਜੋ ਤੁਹਾਨੂੰ ਯਾਦ ਰੱਖਣੀਆਂ ਜ਼ਰੂਰੀ ਨੇ। ਸੋ ਇਸ ਚੈਪਟਰ ਦੇ ਵਿੱਚ ਕੀ ਕਰਾਂਗੇ ਆਪਾਂ ਡਿਸਕਸ, ਬੇਸਿਕਲੀ ਆਪਾਂ ਇਸ ਚੈਪਟਰ ਦੇ ਵਿੱਚ त्रिभुज ਦੀ ਸਰਬੰਗ ਸਮਤਾ ਦੇ ਬਾਰੇ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਸਰਬੰਗ ਸਮਤਾ ਦੇ ਨਿਯਮ ਉਹ ਦੇਖਾਂਗੇ, ਨਾਲ ਹੀ ਦੇਖਾਂਗੇ त्रिभुज ਵਿੱਚ ਅਸਮਾਨਤਾਵਾਂ, ਮਤਲਬ ਉਹਨਾਂ ਦੇ ਵਿੱਚ ਕੀ ਕੀ ਅਸਮਾਨਤਾਵਾਂ ਨੇ। ਸੋ 1 ਬਾਈ 1 ਇਹ ਤਿੰਨ ਚੀਜ਼ਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਫਸਟ ਪਾਰਟ ਕਰਾਂਗੇ त्रिभुज ਦੀ ਸਰਬੰਗ ਸਮਤਾ। त्रिभुज ਦੀ ਸਰਬੰਗ ਸਮਤਾ। ਸਰਬੰਗ ਸਮਤਾ ਦਾ ਮਤਲਬ ਹੈ ਇਹਦੇ ਵਿੱਚ ਜੋ ਸਰਬੰਗ ਹੈ ਨਾ, ਸਰਬੰਗ ਦਾ ਕੀ ਮਤਲਬ ਹੈ, ਹਰੇਕ ਤਰ੍ਹਾਂ ਨਾਲ ਸਮਾਨ ਹੋਣਾ। ਹਰੇਕ ਤਰ੍ਹਾਂ ਨਾਲ ਸਮਾਨ ਹੋਣਾ ਭਾਵ ਉਸ ਦਾ ਰੂਪ ਵੀ ਇੱਕੋ ਜਿਹਾ ਹੋਵੇ, ਆਕਾਰ ਵੀ ਇੱਕੋ ਜਿਹਾ ਹੋਵੇ। ਠੀਕ ਹੈ, ਉਸ ਨੂੰ ਕੀ ਕਹਿੰਦੇ ਆ, ਸਰਬੰਗ ਸਮ। ਸਰਬੰਗ ਸਮ ਮਤਲਬ ਸਰਬ ਅੰਗ ਸਮਾਨ। ਸਰਬ ਅੰਗ ਸਮਾਨ, ਜਿਸ ਚੀਜ਼ ਦੇ ਸਰਬ ਅੰਗ ਸਮਾਨ ਹੋਣਗੇ ਉਸ ਨੂੰ ਕਹਾਂਗੇ ਸਰਬੰਗ ਸਮ। ਠੀਕ ਹੈ, ਫੋਰ ਐਗਜ਼ਾਮਪਲ ਜਿਵੇਂ ਗਰਲਸ ਜੋ ਆ ਉਹ ਚੂੜੀਆਂ ਪਾਉਂਦੀਆਂ ਹੱਥਾਂ ਦੇ ਵਿੱਚ, ਸੋ ਉਹਨਾਂ ਦੇ ਹੱਥ ਵਿੱਚ ਇੱਕ ਹੀ ਤਰ੍ਹਾਂ ਦੀਆਂ ਚੂੜੀਆਂ ਜੋ ਆ ਉਹ ਫਿੱਟ ਪੈਂਦੀਆਂ, ਇੱਕ ਹੀ ਸਾਈਜ਼ ਦੀਆਂ। ਠੀਕ ਹੈ, ਉਹ ਕੀ ਨੇ, ਚੂੜੀਆਂ ਕੀ ਨੇ, ਸਰਬੰਗ ਸਮ ਨੇ। ਇਵੇਂ ਜੋ ਕੁਆਇਨ ਜਾਰੀ ਕਰਦੀ ਹੈ ਗਵਰਨਮੈਂਟ, ਜੋ 1 ਰੁਪਏ ਦਾ ਹੁੰਦਾ ਹੈ, 5 ਰੁਪਏ ਦਾ ਹੁੰਦਾ ਹੈ ਜਾਂ 10 ਰੁਪਏ ਦਾ ਹੁੰਦਾ ਹੈ, ਉਹਨਾਂ ਦਾ ਸਾਈਜ਼ ਵੀ ਦੇਖਿਆ ਜਾਵੇ ਨਾ ਸੇਮ ਹੀ ਹੁੰਦਾ। ਜਦੋਂ ਇੱਕ ਕੁਆਇਨ ਨੂੰ ਜੋ 1 ਰੁਪਏ ਦਾ ਹੈ ਔਰ ਦੂਸਰਾ ਕੁਆਇਨ ਵੀ 1 ਰੁਪਏ ਦਾ ਹੈ, ਉਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਉੱਪਰ ਰੱਖੋਗੇ ਨਾ ਤਾਂ ਇੱਕ ਦੂਜੇ ਨੂੰ ਢੱਕ ਲੈਣਗੇ, ਤਾਂ ਉਹ ਕੀ ਨੇ, ਸਰਬੰਗ ਸਮ ਨੇ। ਠੀਕ ਹੈ, ਮਤਲਬ ਦੋਵਾਂ ਦੇ ਅੰਗ ਜੋ ਆ ਸਮਾਨ ਨੇ, ਇਸ ਨੂੰ ਕੀ ਕਹਿੰਦੇ ਆ, ਸਰਬੰਗ ਸਮ ਕਹਿੰਦੇ ਆ। ਓਕੇ, ਸੋ ਇਹ त्रिभुज ਦੀ ਸਰਬੰਗ ਸਮਤਾ, ਇਸ ਦੇ ਬਾਰੇ ਹੁਣ ਆਪਾਂ ਡਿਸਕਸ ਕਰਾਂਗੇ। ਦੋ ਤਿਕੋਣਾ, ਕਿਉਂਕਿ ਚੈਪਟਰ ਜੋ ਹੈ ਉਹ ਟ੍ਰਾਇੰਗਲ ਬੇਸ ਹੈ। ਹੁਣ ਆਪਾਂ ਦੇਖਾਂਗੇ ਕਿ ਦੋ ਤਿਕੋਣਾ ਸਰਬੰਗ ਸਮ ਕਦੋਂ ਹੋਣਗੀਆਂ। ਦੋ ਤਿਕੋਣਾ ਸਰਬੰਗ ਸਮ ਕਦੋਂ ਹੋਣਗੀਆਂ, ਮਤਲਬ ਉਹਨਾਂ ਦੇ ਸਰਬੰਗ ਸਮਾਨ ਕਦੋਂ ਹੋਣਗੇ। ਦੋ ਤਿਕੋਣਾ ਸਰਬੰਗ ਸਮ ਉਦੋਂ ਹੁੰਦੀਆਂ ਨੇ ਜੇਕਰ ਇੱਕ त्रिभुज ਦੀਆਂ ਭੁਜਾਵਾਂ ਅਤੇ ਕੋਣ, ਜੇਕਰ ਇੱਕ त्रिभुज ਦੀਆਂ ਭੁਜਾਵਾਂ ਅਤੇ ਕੋਣ ਦੂਸਰੀ त्रिभुज ਦੀਆਂ ਸੰਗਤ ਭੁਜਾਵਾਂ ਅਤੇ ਕੋਣ ਦੇ ਬਰਾਬਰ ਹੋਣ। ਇਹ ਇੱਕ ਥਿਊਰਮ ਹੈ, ਇਸ ਨੂੰ ਤੁਸੀਂ ਨੋਟ ਕਰ ਲੈਣਾ, ਰਾਈਟ ਡਾਊਨ ਕਰ ਲੈਣਾ, ਮੈਂ ਬਣਾ ਕੇ ਦੱਸ ਦਿੰਦਾ।
ਫੋਰ ਐਗਜ਼ਾਮਪਲ ਜੇ ਆ ਟ੍ਰਾਇੰਗਲ ਹੈ, ਇਹਦਾ ਨਾਮ ਹੈ ए बी और C। ਇਹ ਭੁਜਾ ਜੋ ਹੈ 4 सेंटीमीटर है और ए जो है 5 सेंटीमीटर है और ए जो है 6 सेंटीमीटर है। ठीक है, एक ट्रायंगल होर लेने आ। इस ट्रायंगल का नाम है पी क्यू आर। इस दे विच जो है जो आर और पी है ये 4 सेंटीमीटर है। ठीक है, ए जो है 5 सेंटीमीटर है और ए कितनी है 6 सेंटीमीटर है। सो दो त्रिकोणा ਸਰਬੰਗ ਸਮ ਕਦੋਂ ਹੋਣਗੀਆਂ? ਜਦੋਂ ਇੱਕ ਤ੍ਰਿਭੁਜ ਦੀਆਂ ਦੋ ਤ੍ਰਿਭੁਜ ਦੀਆਂ ਭੁਜਾਵਾਂ ਅਤੇ ਕੋਣ ਦੂਜੀ ਤ੍ਰਿਭੁਜ ਦੀਆਂ ਭੁਜਾਵਾਂ ਮਤਲਬ ਜੋ ਸੰਗਤ ਭੁਜਾਵਾਂ ਹੋਣਗੀਆਂ ਉਹਨਾਂ ਦੇ ਕੋਣ ਅਤੇ ਭੁਜਾਵਾਂ ਦੇ ਬਰਾਬਰ ਹੋਣ। ਇਹਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ? ਭੁਜਾਵਾਂ ਦਿੱਤੀਆਂ ਹੋਈਆਂ ਨੇ। ਸੋ ਆਪਾਂ ਦੇਖਦੇ ਹਾਂ ਕਿਹੜੀ ਭੁਜਾ ਕਿਹੜੀ ਇਹਨਾਂ ਦੇ ਵਿੱਚ। ਇੱਕ ਟ੍ਰਾਇੰਗਲ A B और C ਹੈ, ਦੂਸਰਾ ਟ੍ਰਾਇੰਗਲ पी क्यू आर है। सो इन्हां दे विच किहड़े संगत भुजावां ने? सब तो पहलां B और C दी गल करदे हां। B और C संगत भुजा किस दे है? R और Q दे। सो R और Q दे इक्वल है। ठीक है, एवें ही A और B किस दे इक्वल है? R और P दे। ठीक है, बची एक A और C 6 सेंटीमीटर जो है ये संगत भुजा किस दी है? क्यू पी दे। ठीक है, सो ये की आ संगत भुजावां दे लई मापदंड आ एक। ठीक है, ਜਦੋਂ ਵੀ ਦੋ ਟ੍ਰਾਇੰਗਲ ਸਰਬੰਗ ਸਮ ਹੋਣਗੇ ਤਾਂ ਉਸ ਨੂੰ ਆਪਾਂ ਕਿਵੇਂ ਲਿਖਦੇ ਹਾਂ? ਜਿਵੇਂ ਮੈਂ ਹੁਣ ਫਿਗਰ ਬਣਾਈ, ਇੱਕ ਟ੍ਰਾਇੰਗਲ ਲਿਆ A B ਔਰ C, ਦੂਸਰਾ ਟ੍ਰਾਇੰਗਲ ਸੀ P Q ਔਰ R। ਇਹ ਜਦੋਂ ਸਰਬੰਗ ਸਮ ਹੋਣਗੇ ਤਾਂ ਆਪਾਂ ਇਸ ਤਰ੍ਹਾਂ ਦਾ ਸਿੰਬਲ ਜੋ ਹੈ ਉਹ ਵਿੱਚ ਲਗਾਉਂਦੇ ਆ। ਇਸ ਦਾ ਮਤਲਬ ਕੀ ਹੈ? ਇਹ ਜੋ ਸਿੰਬਲ ਹੈ कि ट्रायंगल ए बी सी ਸਰਬੰਗ ਸਮ ਹੈ ट्रायंगल पी क्यू आर ਦੇ। ਇਹ ਸਰਬੰਗ ਸਮ ਦਾ ਮਤਲਬ ਹੈ। ਇਹਦੇ ਵਿੱਚ ਕੀ ਦੇਖ ਰਹੇ ਹੋ? ਇੱਕ ਜੋ ਹੈ ਇਕੁਅਲ ਦਾ ਨਿਸ਼ਾਨ ਹੈ ਔਰ ਇੱਕ ਪੁੱਠੀ ਐਸ ਪਾਈ ਹੋਈ ਹੈ। ਠੀਕ ਹੈ, ਇਕੁਅਲ ਦਾ ਮਤਲਬ ਹੈ ਸਰਬੰਗ ਸਮਾਨ, ਮਤਲਬ ਲਗਭਗ ਬਿਲਕੁਲ ਬਰਾਬਰ ਜੀ ਹੈ, ਉਸ ਦੇ ਤਰ੍ਹਾਂ ਦੀ ਆਕ੍ਰਿਤੀ ਹੈ। ਠੀਕ ਹੈ, ਸੋ ਇਹ ਹੋ ਗਿਆ ਕਿ ਤ੍ਰਿਭੁਜ ਜੋ ਹੈ ਸਰਬੰਗ ਸਮ ਕਦੋਂ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਤ੍ਰਿਭੁਜ ਦੀ ਸਰਬੰਗ ਸਮਤਾ ਲਈ ਮਾਪਦੰਡ ਕੀ ਨੇ। ਮਾਪਦੰਡ ਜੋ ਟ੍ਰਾਇੰਗਲ ਦੀ ਸਰਬੰਗ ਸਮਤਾ ਨੂੰ ਦਰਸਾਉਂਦੇ ਆ, ਟ੍ਰਾਇੰਗਲ ਦੀ ਸਰਬੰਗ ਸਮਤਾ ਨੂੰ ਦਰਸਾਉਂਦੇ ਆ, ਉਸ ਦੇ ਮਾਪਦੰਡ ਕੀ ਨੇ? ਇਹਨਾਂ ਦੇ ਬਾਰੇ ਆਪਾਂ 1 ਬਾਏ 1 ਡਿਸਕਸ ਕਰਾਂਗੇ। ਬੇਸਿਕਲੀ ਇਹ ਥਿਊਰਮਾਂ ਨੇ ਜੋ ਤੁਹਾਨੂੰ ਨੋਟ ਕਰਨੀਆਂ ਪੈਣਗੀਆਂ, ਸੋ ਤੁਸੀਂ ਨੋਟ ਡਾਊਨ ਕਰਦੇ ਜਾਣਾ 1 ਬਾਏ 1। ਤ੍ਰਿਭੁਜ ਦੀ ਸਰਬੰਗ ਸਮਤਾ ਦੀ ਪਹਿਲੀ ਕਸੌਟੀ ਕੀ ਹੈ ਕਿ साइड एंगल साइड SAS मतलब भुजा कोण भुजा, भुजा कोण भुजा। ये की आ पहली थ्योरम आ। सो इहदे विच थ्योरम विच की आ वो तुसीं नोट करना। जेकर एक त्रिभुज दीआं दो भुजावां अते उन्हां दे अंतरगत कोण दूजी त्रिभुज दीआं दो भुजावां अते उन्हां दे अंतरगत कोण दे बराबर होवे तां ਇਹ त्रिभुजां ਸਰਬੰਗ ਸਮ ਹੋਣਗੀਆਂ। ਮੈਂ ਅੰਤਰਗਤ ਕੋਣ ਕਿਹਾ, ਸੋ ਕਿਵੇਂ ਹੈ ਇਹ ਫਿਗਰ ਬਣਾ ਕੇ ਦੱਸਦਾ। ਫੋਰ ਐਗਜ਼ਾਮਪਲ ਇਹ ਟ੍ਰਾਇੰਗਲ ਹੈ A B ਔਰ C। ਇਹਦੇ ਵਿੱਚ ਕੀ ਹੈ? ਇਹ 2 सेंटीमीटर है, ਇਹ 4 ਹੈ ਔਰ ਇਹ ਕਿੰਨਾ ਹੈ ਡਿਗਰੀ ਹੈ? 40 डिग्री ਮੰਨ ਲਓ। ਠੀਕ ਹੈ, 40 डिग्री है। ਸੋ ਕੀ ਕਿਹਾ ਹੈ ਇਸ ਦੇ ਵਿੱਚ? ਜੇਕਰ ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ ਅਤੇ ਉਹਨਾਂ ਦੇ ਅੰਤਰਗਤ, ਦੋ ਭੁਜਾਵਾਂ ਕਿਹੜੀਆਂ ਕਿਹੜੀਆਂ ਨੇ? A B ਔਰ B C। ਇਹਨਾਂ ਦੇ ਅੰਤਰਗਤ A B ਔਰ B C ਦੇ ਅੰਤਰਗਤ ਕਿਹੜਾ ਕੋਣ ਬਣੇਗਾ? B ਬਣੇਗਾ ਨਾ। ਜੇਕਰ ਇਹ ਭੁਜਾ ਹੁੰਦੀ ਤਾਂ ਕਿਹੜਾ ਅੰਤਰਗਤ ਕੋਣ ਹੋਣਾ ਸੀ? A ਕੋਣ ਹੋਣਾ ਸੀ। ਸੋ ਅੰਤਰਗਤ ਕੋਣ ਕਿਹੜਾ ਇੱਥੇ? B। ਠੀਕ ਹੈ, ਅੰਤਰਗਤ ਕੋਣ ਦੇ ਵੇਲੇ ਖਿਆਲ ਰੱਖਣਾ ਤੁਸੀਂ। ਐਵੇਂ ਹੀ ਦੂਸਰੀ ਤ੍ਰਿਭੁਜ ਹੈ, इसका नाम है P Q और R। ये 2 सेंटीमीटर है, ये 4 है और ये 40 डिग्री है। सो की है साइड एंगल साइड जो है थ्योरम है उनके विच की किया गया है? जेकर एक त्रिभुज दीआं दो भुजावां, एक त्रिभुज इहदे विच किहड़ी है? पहली त्रिभुज जो है वो ट्रायंगल A B और C है।
ਇਸ ਦੀਆਂ ਦੋ ਭੁਜਾਵਾਂ ਕਿਹੜੀਆਂ ਨੇ ਏ ਬੀ ਔਰ ਸੀ ਬੀ ਸੀ। ਉਹਨਾਂ ਦੇ ਅੰਤਰਗਤ ਕੋਣ ਕਿਹੜਾ ਹੈ ਬੀ ਕੋਣ ਹੈ। ਠੀਕ ਹੈ। ਦੂਸਰੀ ਟ੍ਰਾਇੰਗਲ ਕਿਹੜੀ ਹੈ ਪੀ ਕਿਊ ਔਰ ਆਰ। ਇਹਨਾਂ ਦੀਆਂ ਦੋ ਭੁਜਾਵਾਂ ਕਿਹੜੀਆਂ ਨੇ ਪੀ ਕਿਊ ਔਰ ਕਿਊ ਆਰ। ਇਹਨਾਂ ਦੇ ਅੰਤਰਗਤ ਕੋਣ ਕਿਹੜਾ ਹੈ ਕਿਊ। ਅੰਤਰਗਤ ਕੋਣ ਕੀ ਹੈ ਬਰਾਬਰ ਹੋਵੇ ਤਾਂ ਤਿਰਭੁਜਾਂ ਕੀ ਹੋਣਗੀਆਂ ਸਰਬੰਗ ਸਮ ਹੋਣਗੀਆਂ। ਤਿਰਭੁਜਾਂ ਕੀ ਹੋਣਗੀਆਂ ਸਰਬੰਗ ਸਮ ਹੋਣਗੀਆਂ। ਇਹ ਪਹਿਲੀ ਥਿਊਰਮ ਹੈ। ਠੀਕ ਹੈ। ਸੋ ਇਸ ਨੂੰ ਤੁਸੀਂ ਨੋਟ ਡਾਊਨ ਕਰ ਲੈਣਾ। ਤਿਰਭੁਜਾਂ ਦੇ ਸਰਬੰਗ ਸਮ ਹੋਣ ਲਈ ਇਹ ਜ਼ਰੂਰੀ ਹੈ ਕਿ ਸਮਾਨ ਕੋਣ ਜਿਹੜਾ ਹੋਵੇ ਜੋ ਸਮਾਨ ਕੋਣ ਹੋਵੇ। ਜਿਵੇਂ ਇੱਥੇ ਬੀ ਕੋਣ ਜੋ ਹੈ ਸਮਾਨ ਕੋਣ ਹੈ, ਇੱਥੇ ਜੋ ਬੀ ਕੋਣ ਹੈ ਉਹ ਸਮਾਨ ਕੋਣ ਹੈ ਕਿਊ ਦੇ। ਉਹ ਅੰਤਰਗਤ ਹੋਣਾ ਚਾਹੀਦਾ ਹੈ ਜੋ ਭੁਜਾਵਾਂ ਦਿੱਤੀਆਂ ਹੋਣ। ਠੀਕ ਹੈ। ਇਹ ਨਾ ਹੋਵੇ ਕਿ ਇਹ ਵਾਲੀ ਐਂਗਲ ਦਿੱਤਾ ਹੋਵੇ ਇੱਧਰੋਂ ਇਹ ਵਾਲਾ ਐਂਗਲ ਦਿੱਤਾ ਹੋਏ ਲੇਕਿਨ ਭੁਜਾਵਾਂ ਜੋ ਹੈ ਇਹ ਵਾਲੀਆਂ ਦਿੱਤੀਆਂ ਹੋਣ ਤਾਂ ਇਹ ਕੀ ਹੈ ਤਿਰਭੁਜ ਸਰਬੰਗ ਸਮ ਨਹੀਂ ਹੋਏਗੀ। ਠੀਕ ਹੈ। ਤਿਰਭੁਜ ਦੇ ਸਰਬੰਗ ਸਮ ਹੋਣ ਲਈ ਇਹ ਹੋਣਾ ਚਾਹੀਦਾ ਹੈ ਜੋ ਦੋ ਭੁਜਾਵਾਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਵਾਲਾ ਐਂਗਲ ਕੀ ਹੈ ਉਹ ਦੱਸਿਆ ਹੋਣਾ ਚਾਹੀਦਾ। ਠੀਕ ਹੈ। ਸੋ ਇਸੇ ਕਰਕੇ ਇਹਨਾਂ ਨੂੰ ਕੀ ਕਿਹਾ ਹੈ ਸਾਈਡ ਐਂਗਲ ਸਾਈਡ, ਕਿਉਂਕਿ ਦੋ ਭੁਜਾਵਾਂ ਦੇ ਵਿਚਕਾਰ ਐਂਗਲ ਹੋਣਾ ਚਾਹੀਦਾ ਹੈ। ਠੀਕ ਹੈ। ਦੋ ਭੁਜਾਵਾਂ ਦੇ ਵਿਚਕਾਰ ਐਂਗਲ ਹੋਣਾ ਚਾਹੀਦਾ ਹੈ, ਨਾ ਕਿ ਇਸ ਨੂੰ ਇਸ ਤਰ੍ਹਾਂ ਲਿਖਿਆ ਹੋਇਆ ਹੈ। ਠੀਕ ਹੈ। ਨਾ ਹੀ ਇਸ ਨੂੰ ਇਸ ਤਰ੍ਹਾਂ ਲਿਖਿਆ ਹੋਇਆ ਹੈ। ਜੇ ਇਸ ਤਰ੍ਹਾਂ ਲਿਖਿਆ ਹੁੰਦਾ ਤਾਂ ਫਿਰ ਤਾਂ ਐਂਗਲ ਅੱਗੇ ਵੀ ਆ ਜਾਂਦਾ ਪਿੱਛੇ ਵੀ ਆ ਜਾਂਦਾ, ਕੋਈ ਚੱਕਰ ਨਹੀਂ ਸੀ। ਲੇਕਿਨ ਉਹਨਾਂ ਨੇ ਕੀ ਲਿਖਿਆ ਹੈ ਸਾਈਡ ਐਂਗਲ ਸਾਈਡ। ਜੋ ਐਂਗਲ ਹੈ ਦੋਵਾਂ ਭੁਜਾਵਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਇਹ ਕੀ ਹੈ ਫਰਸਟ ਥਿਊਰਮ ਹੈ ਸਰਬੰਗ ਸਮਤਾ ਦੀ। ਦੂਸਰੀ ਥਿਊਰਮ ਕੀ ਹੈ ਐਂਗਲ ਸਾਈਡ ਐਂਗਲ। ਠੀਕ ਹੈ। ਇਹ ਸਰਬੰਗ ਸਮਤਾ ਦਾ ਦੂਜਾ ਨਿਯਮ ਹੈ, ਮਾਪਦੰਡ ਹੈ। ਇਹਦੇ ਵਿੱਚ ਕੀ ਕਿਹਾ ਜਾਂਦਾ ਹੈ ਨੋਟ ਕਰਨਾ। ਜੇਕਰ ਇੱਕ ਤਿਰਭੁਜ ਦੇ ਕੋਈ ਦੋ ਕੋਣ ਅਤੇ ਉਹਨਾਂ ਦੀ ਅੰਤਰਗਤ ਭੁਜਾ ਦੂਜੀ ਤਿਰਭੁਜ ਦੇ ਦੋ ਕੋਣਾਂ ਅਤੇ ਉਹਨਾਂ ਦੀ ਅੰਤਰਗਤ ਭੁਜਾ ਦੇ ਬਰਾਬਰ ਹੋਣ ਤਾਂ ਉਹ ਤਿਰਭੁਜਾਂ ਸਰਬੰਗ ਸਮ ਹੁੰਦੀਆਂ ਹਨ। ਫੋਰ ਐਗਜ਼ਾਮਪਲ ਜਿਵੇਂ ਆਪਾਂ ਦੇਖਿਆ ਸੀ ਸਾਈਡ ਐਂਗਲ ਸਾਈਡ। ਸੋ ਸਾਈਡ ਦੋ ਦੇ ਵਿਚਕਾਰ ਐਂਗਲ ਆਉਣਾ ਚਾਹੀਦਾ ਸੀ। ਐਵੇਂ ਦੋ ਐਂਗਲ ਦਿੱਤੇ ਹੋਏ ਆ ਤਾਂ ਉਹਨਾਂ ਦੇ ਵਿਚਕਾਰ ਕੀ ਹੈ ਆਪਾਂ ਨੂੰ ਇੱਕ ਭੁਜਾ ਦਿੱਤੀ ਹੋਣੀ ਚਾਹੀਦੀ ਹੈ ਦੋਵਾਂ ਟ੍ਰਾਇੰਗਲਾਂ ਦੇ ਵਿੱਚ, ਤਾਂ ਹੀ ਉਹ ਤ੍ਰਿਭੁਜ ਕੀ ਹੋਏਗੀ ਸਰਬੰਗ ਸਮ ਹੋਏਗੀ। ਦੇਖ ਲੈਂਦੇ ਹਾਂ ਫਿਗਰ ਬਣਾ ਕੇ। ਦੂਸਰੇ ਮਾਪਦੰਡ ਦੇ ਅਕੋਰਡਿੰਗ ਐਂਗਲ ਸਾਈਡ ਐਂਗਲ ਇਹ ਕੀ ਕਹਿੰਦਾ ਹੈ ਕਿ ਦੋ ਐਂਗਲ ਦਿੱਤੇ ਆ ਔਰ ਇੱਕ ਸਾਨੂੰ ਭੁਜਾ ਦਿੱਤੀ ਹੈ। ਫੋਰ ਐਗਜ਼ਾਮਪਲ ਏ ਬੀ ਔਰ ਸੀ, ਐਵੇਂ ਪੀ ਕਿਊ ਔਰ ਆਰ। ਇਹਦੇ ਵਿੱਚ ਕੀ ਹੈ ਬੀ ਸੀ ਭੁਜਾ ਦਿੱਤੀ ਹੈ 4 ਸੈਂਟੀਮੀਟਰ ਔਰ ਕਿਊ ਆਰ ਭੁਜਾ ਦਿੱਤੀ ਹੈ 4 ਸੈਂਟੀਮੀਟਰ। एक एंगल दिता है ए है 60 डिग्री और दूसरा एंगल ए जो है 40 डिग्री है। एवें ए एंगल जो है 60 डिग्री है और ए एंगल जो है 40 डिग्री है। सो ये की सिद्ध करता है कि दो एंगल दिते होण और उन्हां दे विचकार जो भुजा होवे वो दिती होवे तां त्रिभुजां की होणगीਆਂ ਸਰਬੰਗ ਸਮ ਹੋਣਗੀਆਂ। ਆਪਾਂ ਦੇਖ ਲੈਂਦੇ ਹਾਂ ਦੋ ਐਂਗਲ ਕਿਹੜੇ ਕਿਹੜੇ ਆ। ਇਹਦੇ ਵਿੱਚ ਐਂਗਲ ਹੈ ਬੀ ਔਰ ਇਹਦੇ ਵਿੱਚ ਸੀ। ਦੋ ਐਂਗਲਾਂ ਦੇ ਵਿਚਕਾਰ ਭੁਜਾ ਆ ਰਹੀ ਹੈ ਨਾ, ਐਵੇਂ ਹੀ ਇਹਦੇ ਵਿੱਚ ਦੋ ਐਂਗਲ ਕਿਹੜੇ ਆ ਕਿਊ ਹੈ ਔਰ ਆਰ ਹੈ, ਵਿਚਕਾਰ ਭੁਜਾ ਆ ਰਹੀ ਹੈ। ਦੋਵੇਂ ਐਂਗਲ ਕੀ ਹੈ ਬਰਾਬਰ ਨੇ। ਇੱਧਰ ਵੀ 60 ਹੈ 40 ਹੈ, ਇੱਧਰ ਵੀ 60 ਔਰ 40 ਹੈ ਔਰ ਭੁਜਾ ਵੀ ਬਰਾਬਰ ਹੈ 4 ਸੈਂਟੀਮੀਟਰ। ਠੀਕ ਹੈ। ਸੋ ਇਹ ਕੀ ਹੈ ਦੂਸਰੀ ਕਸੌਟੀ ਨੂੰ ਥਿਊਰਮ ਨੂੰ ਸਿੱਧ ਕਰਦਾ ਹੈ ਕਿ ਜੇਕਰ ਇੱਕ ਤ੍ਰਿਭੁਜ ਦੇ ਦੋ ਕੋਣ ਅਤੇ ਉਹਨਾਂ ਦੀਆਂ ਅੰਤਰਗਤ ਭੁਜਾ ਦੂਜੀ ਤ੍ਰਿਭੁਜ ਦੇ ਦੋ ਕੋਣਾਂ ਅਤੇ ਉਹਨਾਂ ਦੇ ਅੰਤਰਗਤ ਭੁਜਾ ਦੇ ਬਰਾਬਰ ਹੋਣ ਤਾਂ ਉਹ ਤ੍ਰਿਭੁਜਾਂ ਕੀ ਹੋਣਗੀਆਂ ਸਰਬੰਗ ਸਮ ਹੋਣਗੀਆਂ। ਠੀਕ ਹੈ। ਸੋ ਚਲਦੇ ਹਾਂ ਨੈਕਸਟ। ਦੋ ਕੰਡੀਸ਼ਨਾਂ ਜੋ ਹੈ ਉਹ ਕਲੀਅਰ ਹੋ ਚੁੱਕੀਆਂ ਹੋਣਗੀਆਂ। ਸੋ ਇੱਕ ਮੇਨ ਪੁਆਇੰਟ ਨੋਟ ਕਰਨਾ, ਕਈ ਵਾਰੀ ਕਥਨ ਦੇ ਵਿੱਚ ਨਾ ਆ ਜੇ। ਪੁਆਇੰਟ ਇਹ ਹੈ ਤ੍ਰਿਭੁਜਾਂ ਦੀ ਸਰਬੰਗ ਸਮਤਾ ਲਈ ਤਿੰਨ ਸਮਾਨ ਭਾਗਾਂ ਵਿੱਚੋਂ ਇੱਕ ਭੁਜਾ ਜੋ ਹੈ ਉਹ ਦਿੱਤੀ ਹੋਣੀ ਜ਼ਰੂਰੀ ਹੈ। ਤ੍ਰਿਭੁਜਾਂ ਦੇ ਸਰਬੰਗ ਸਮ ਹੋਣ ਲਈ ਇੱਕ ਭੁਜਾ ਦਿੱਤੀ ਹੋਈ ਹੋਣੀ ਜ਼ਰੂਰੀ ਹੈ। ਠੀਕ ਹੈ। ਤਿੰਨ ਸਮਾਨ ਭਾਗ ਤਾਂ ਦਿੱਤੇ ਹੋਣੇ ਚਾਹੀਦੇ ਆ ਲੇਕਿਨ ਉਹਨਾਂ ਤਿੰਨਾਂ ਸਮਾਨ ਭਾਗਾਂ ਦੇ ਵਿੱਚੋਂ ਇੱਕ ਭੁਜਾ ਜੋ ਹੈ ਉਹ ਹੋਣੀ ਜ਼ਰੂਰੀ ਹੈ। ਜੇਕਰ ਸਰਬੰਗ ਸਮਤਾ ਦੇ ਵਿੱਚ ਤਿੰਨੇ ਐਂਗਲ ਦੇ ਦਿੱਤੇ ਜਾਣ ਏ ਬੀ ਔਰ ਸੀ ਔਰ ਦੂਸਰੀ ਤ੍ਰਿਭੁਜ ਦੇ ਵਿੱਚ ਪੀ ਕਿਊ ਔਰ ਆਰ ਦੇ ਦਿੱਤੇ ਜਾਣ ਤਾਂ ਐਂਗਲ ਸਾਰੇ ਭਾਵੇਂ ਬਰਾਬਰ ਹੋਣ ਉਹ ਤ੍ਰਿਭੁਜ ਸਰਬੰਗ ਸਮ ਨਹੀਂ ਹੋਏਗੀ, ਕਿਉਂਕਿ ਇਸ ਤ੍ਰਿਭੁਜ ਦੇ ਵਿੱਚ ਕੀ ਹੈ ਇੱਕ ਭੁਜਾ ਨਹੀਂ ਦਿੱਤੀ ਹੋਈ। ਸੋ ਸਰਬੰਗ ਸਮਤਾ ਹੋਣ ਲਈ ਇੱਕ ਭੁਜਾ ਦਾ ਹੋਣਾ ਜ਼ਰੂਰੀ ਹੈ। ਇਹ ਮੈਂ ਅੱਗੇ ਦੱਸਾਂਗਾ ਕਿਵੇਂ। ਸੋ ਇਸ ਤੋਂ ਪਹਿਲਾਂ
ਹੁਣ ਆਪਾਂ ਦੇਖ ਲਈਏ ਦੂਸਰਾ ਪੁਆਇੰਟ ਹੈ त्रिभुज ਦੀਆਂ ਵਿਸ਼ੇਸ਼ਤਾਵਾਂ। त्रिभुज ਦੀਆਂ ਵਿਸ਼ੇਸ਼ਤਾਵਾਂ ਇਹ ਹੁਣ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਮਦੋਭੁਜੀ त्रिभुज ਦੀ। ਸਮਦੋਭੁਜੀ त्रिभुज, ਸਮਦੋਭੁਜੀ त्रिभुज ਸਭ ਨੂੰ ਪਤਾ ਹੈ ਉਹ त्रिभुज ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹੋਣ, ਕਿਉਂਕਿ ਸਮ ਕਿਹਾ ਨਾ, ਸਮ ਦਾ ਮਤਲਬ ਹੈ ਇਕੁਅਲ, ਔਰ दोभुजी मतलब ਦੋ ਭੁਜਾਵਾਂ ਬਰਾਬਰ ਹੋਣ, ਦੋ ਭੁਜਾਵਾਂ ਇਕੁਅਲ ਹੋਣ। ਫੋਰ ਐਗਜ਼ਾਮਪਲ ਜੇ ਮੈਂ ਆ ਟ੍ਰਾਇੰਗਲ ਖਿੱਚ ਰਿਹਾ ਪੀ ਕਿਊ ਆਰ, ਇਹਦੇ ਵਿੱਚ ਇੱਕ ਜੋ ਹੈ ਇਹ 5 ਸੈਂਟੀਮੀਟਰ ਹੈ, दूसरी ये भी 5 सेंटीमीटर है, ये 4 सेंटीमीटर है। ये की है एक समਦੋਭੁਜੀ त्रिभुज है, क्योंकि इस ਦੀਆਂ दो ਭੁਜਾਵਾਂ ਕੀ ਨੇ पी आर और पी क्यू ਕੀ ਨੇ ਬਰਾਬਰ ਨੇ, क्योंकि ਦੋਵੇਂ ਕੀ ਆ 5 ਸੈਂਟੀਮੀਟਰ ਆ। ਇਸ ਨੂੰ ਕੀ ਕਹਿੰਦੇ ਆ ਸਮਦੋਭੁਜੀ त्रिभुज। ਠੀਕ ਹੈ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਭੁਜਾਵਾਂ ਬਰਾਬਰ ਨੇ पी क्यू और पी आर। ठीक है, सो थ्योरम की है, तीसरी थ्योरम है ਸਮਦੋਭੁਜੀ त्रिभुज ਦੀਆਂ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਇਹ ਜੋ ਹੈ ਥਿਊਰਮ ਹੈ, ਇਸ ਨੂੰ ਤੁਸੀਂ ਨੋਟ ਕਰ ਲਓ। ਸਮਦੋਭੁਜੀ त्रिभुज ਦੀਆਂ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਫੋਰ ਐਗਜ਼ਾਮਪਲ ए बी और सी, ਇਹ ਕੀ ਹੈ 5 5 ਹੈ और ਇਹ 4 ਹੈ। ਕਿਹੜੀ ਭੁਜਾ ਹੈ ਇੱਕ ए और बी और ए और सी, ਇਹ ਕੀ ਨੇ ਇਕੁਅਲ ਨੇ। ਠੀਕ ਹੈ, ਇਹ ਕੀ ਨੇ ਇਕੁਅਲ ਨੇ। ਸੋ ਇਹਨਾਂ ਦੇ ਜੋ ਸਨਮੁਖ ਕੋਣ ਹੋਣਗੇ ਉਹ ਕੀ ਹੋਣਗੇ ਬਰਾਬਰ ਹੋਣਗੇ। ਸਨਮੁਖ ਕੋਣ ਕਿਹੜੇ ਬਣ ਰਹੇ ਆ बी और सी, ਸਾਹਮਣੇ ਵਾਲੇ ਕੋਣ। ਠੀਕ ਹੈ, ਇਸ ਦਾ ਸਨਮੁਖ ਕੋਣ ਕਿਹੜਾ ਹੈ C ਹੈ, ਔਰ ਇਸ ਦਾ ਸਨਮੁਖ ਕੋਣ ਕਿਹੜਾ ਹੈ B ਹੈ। ਠੀਕ ਹੈ, ਸੋ B ਔਰ C ਕੋਣ ਕੀ ਹੋਣਗੇ ਬਰਾਬਰ ਹੋਣਗੇ, बी और सी कोण की होणगे बराबर होणगे। ये जो है थ्योरम है। ठीक है, चौथी थ्योरम है, नोट कर लेना, किसी त्रिभुज दे बराबर कोण दियां सन्मुख भुजावां बराबर होणगियां। किसी त्रिभुज दे बराबर कोण दियां सन्मुख भुजावां बराबर होणगियां। ये पहली जो थ्योरम लिखाई है ना समभुजी त्रिभुज दियां बराबर भुजावां दे सन्मुख कोण बराबर होणगे, ये बिल्कुल उस थ्योरम दे उल्टा है। ठीक है, फॉर एग्जाम्पल की क्या रहा है, किसी त्रिभुज के बराबर कोण दियां सन्मुख भुजावां बराबर होणगियां। बराबर कोण किहड़े किहड़े सी बी और सी, ये की ने बराबर ने, तो इन्हां दे सन्मुख भुजावां, सन्मुख सी की भुजा किहड़ी है ए बी, और बी कोण की सन्मुख भुजा किहड़ी है ए सी। ये की होणगियां ए बी और ए सी की होणगियां बराबर होणगियां। ठीक है, ये की है पिछली थ्योरम का बिल्कुल उल्टा थ्योरम है। ओके, सो 4 थ्योरमां हो चुकियां ने। नैक्सट है त्रिकोणां की सर्वांग समता लई कुछ होर मापदंड, ये आपां डिस्कस करते हैं, क्योंकि आपां नूं पता है कि एक त्रिभुज के 3 कोणां की दूसरी त्रिभुज के 3 कोणां की समानता नाल दो त्रिभुजां की है सर्वांग सम नहीं हुंदियां। जिवें कि मैं पहलां दस्सिया सी ट्रायंगल ए, ट्रायंगल बी और ट्रायंगल सी। एक त्रिभुज दी हुई है ए बी और सी, दूसरी दी है पी क्यू और आर। ये दस्सिया होया कि पी इन्हां दे एंगल की ने सेम ने, इनके एंगल ए बी और सी ने, इनके एंगल की ने पी क्यू और आर ने। ये जेकर दिते होण कि बराबर ने तो ये त्रिभुजां की ने सर्वांग सम होणगियां या नहीं, क्योंकि पहला मैं दस चुकिया कि जेकर 3 एंगल भी बराबर दिते होण तो त्रिभुजां सर्वांग सम होण ये जरूरी नहीं है, क्योंकि उन्होंने भुजा की लेंथ जो है वो इक्वल नहीं होएगी, तो एंगल बराबर होण तां भी त्रिभुजां सर्वांग सम नहीं होणगियां, इसलिए एक भुजा दिती होनी जरूरी है। ठीक है, एक भुजा की है दिती हुई होनी जरूरी है। लेकिन जेकर त्रिभुज दियां 3 भुजावां दित्तियां होण और वो तिन्ने भुजावां दूसरी त्रिभुज दियां 3 भुजावां दे बराबर होण तो त्रिभुजा की सर्वांग समता लई काफ़ी है। फॉर एग्जाम्पल ट्रायंगल ए बी और सी, ट्रायंगल पी क्यू और आर। जिमें कि मैं शुरुआत ही इत्थों की सी कि ये भुजा 5 है, ये 6 है, ये 7 है, ये 5 है, ये 6 है और 7 है। ये 3 भुजावां की ने बराबर ने। ठीक है,
ਸੰਗਤ ਭੁਜਾ ਦੇ ਬਰਾਬਰ ਨੇ। ਸੰਗਤ ਭੁਜਾ ਕਿਹੜੀ ਹੈ? ਏ ਬੀ ਦੀ ਸੰਗਤ ਭੁਜਾ ਕਿਹੜੀ ਹੈ? ਪੀ ਕਿਊ। ਐਵੇਂ ਹੀ ਏ ਸੀ ਦੀ ਸੰਗਤ ਭੁਜਾ ਕਿਹੜੀ ਹੈ? ਪੀ ਆਰ। ਬੀ ਸੀ ਦੀ ਸੰਗਤ ਭੁਜਾ ਕਿਹੜੀ ਹੈ? ਕਿਊ ਆਰ। ਸੰਗਤ ਭੁਜਾ ਦੇ ਬਰਾਬਰ ਹੋਣ ਤਾਂ ਇਹ ਤ੍ਰਿਭੁਜਾਂ ਕੀ ਨੇ? ਸਰਬੰਗ ਸਮਤਾ ਲਈ ਕਾਫੀ ਨੇ। ਸੋ ਇੱਥੋਂ ਕੀ ਨਿਕਲ ਕੇ ਆਉਂਦਾ ਹੈ? ਇੱਕ ਥਿਊਰਮ ਨਿਕਲ ਕੇ ਆਉਂਦੀ ਹੈ, ਸਾਈਡ ਸਾਈਡ ਸਾਈਡ। ਸਾਈਡ 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 मतलब ਭੁਜਾ 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 ਜੋ ਹੈ ਸਰਬੰਗ ਸਮਤਾ ਨਿਯਮ। ਨਿਯਮ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ। ਸੋ ਨੋਟ ਕਰਨਾ, ਜੇਕਰ ਇੱਕ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ, ਜੇਕਰ ਇੱਕ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਦੂਸਰੀ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦੇ ਬਰਾਬਰ ਹੋਣ ਤਾਂ ਦੋਵੇਂ ਤ੍ਰਿਭੁਜਾਂ ਕੀ ਨੇ? ਸਰਬੰਗ ਸਮ ਹੋਣਗੀਆਂ। ਠੀਕ ਹੈ। ਇਸ ਤੋਂ ਬਾਅਦ ਇੱਕ ਹੋਰ ਥਿਊਰਮ ਹੈ, RHS मतलब ਸਮਕੋਣ ਕਰਨ ਭੁਜਾ। ਇਸ ਦਾ ਨਾਮ ਹੈ ਪੰਜਾਬੀ ਦੇ ਵਿੱਚ ਸਮਕੋਣ ਕਰਨ ਭੁਜਾ। ਇਹ ਇੱਕ ਥਿਊਰਮ ਹੈ ਸਰਬੰਗ ਸਮਤਾ ਦੇ ਲਈ। ਇਹ ਕੀ ਕਹਿੰਦੀ ਹੈ? ਸਭ ਤੋਂ ਪਹਿਲਾਂ ਥਿਊਰਮ ਨੋਟ ਕਰ ਲਓ। ਜੇਕਰ ਦੋ ਸਮਕੋਣੀ ਤ੍ਰਿਭੁਜਾਂ ਵਿੱਚ, ਸਮਕੋਣੀ ਮਤਲਬ ਇੱਕ ਐਂਗਲ ਕੀ ਹੈ? 90 ਡਿਗਰੀ ਦਾ ਹੋਏਗਾ। ਸਮਕੋਣੀ ਤ੍ਰਿਭੁਜ ਦੇ ਵਿੱਚ ਪਤਾ ਨਾ ਇੱਕ ਐਂਗਲ ਕੀ ਹੈ? 90 ਡਿਗਰੀ ਦਾ ਹੋਏਗਾ। ਜੇਕਰ ਦੋ ਸਮਕੋਣੀ ਤ੍ਰਿਭੁਜਾਂ ਵਿੱਚ ਇੱਕ ਤ੍ਰਿਭੁਜ ਦਾ ਕਰਨ ਅਤੇ ਇੱਕ ਭੁਜਾ, ਇੱਕ ਤ੍ਰਿਭੁਜ ਦਾ ਕਰਨ ਅਤੇ ਇੱਕ ਭੁਜਾ ਦੂਜੀ ਤ੍ਰਿਭੁਜ ਦੇ ਕਰਨ, ਦੂਜੀ ਤ੍ਰਿਭੁਜ ਦੇ ਕਰਨ ਅਤੇ ਭੁਜਾ ਦੇ ਬਰਾਬਰ ਹੋਣ ਤਾਂ ਤ੍ਰਿਭੁਜਾਂ ਸਰਬੰਗ ਸਮ ਹੁੰਦੀਆਂ ਹਨ। ਫੋਰ ਐਗਜ਼ਾਮਪਲ ਕ੍ਰੀਏਟ ਕਰਕੇ ਦਿਖਾ ਦੇਣਾ, ਡਰੋ ਕਰਕੇ, ਸੌਰੀ। ਰਾਈਟ, RHS ਦੇ ਵਿੱਚ ਕੀ ਥਿਊਰਮ ਲੱਗਦੀ ਹੈ? मतलब एक कोण की है? राइट एंगल है। एक कोण की है? 90 डिग्री है। ट्रायंगल ए बी और सी, और दूसरी देख लेने आ ट्रायंगल पी क्यू और आर। ठीक है। इनदे विच की है? एक जो एंगल है वो 90 डिग्री का है और दूसरा करण है। करण भुजा की है? 5 सेंटीमीटर है। इनदे विच भी करण भुजा की है? 5 सेंटीमीटर है। और दूसरी भुजा जो है वो 6 सेंटीमीटर है। ये भी 6 सेंटीमीटर है। ठीक है। सो इनदे विच की है? 6 नहीं 4 ले लो। ठीक है। सो इनदे विच की है? थ्योरम दे विच जेकर दो समकोणी त्रिभुजां विच एक कोण, समकोणी त्रिभुज मतलब एक एंगल की है? 90 डिग्री का। एंगल बी 90 डिग्री का, इधर आर एंगल की है? 90 डिग्री का। एक करण, एक त्रिभुज का करण, करण किहड़ा है? ए सी। इनदे विच करण किहड़ा है? पी क्यू। एक करण अते एक भुजा, दूसरी भुजा किहड़ी है? बी सी। इनदे विच दूसरी भुजा किहड़ी है? क्यू आर। ये की ने बराबर होण तां त्रिभुज की होएगी? सरबंग सम होएगी। ओके, ये एक थ्योरम है। ठीक है। हुण गल करदे हां त्रिभुज दीआं असमानतावां दी। त्रिभुज दीआं असमानतावां। इस विच भी तुसी नोट करना है, 2-3 थ्योरमां ने इहदे विच, बाकी मैं ड्रॉ करके दसांगा। पहली थ्योरम है इहदे विच असमानतावां दे विच, जेकर किसी त्रिभुज दीआं, नोट करो, जेकर किसी त्रिभुज दीआं दो भुजावां बराबर ना होण तां लंबी भुजा दे सामने दा कोण वड्डा होवेगा। जेकर किसी त्रिभुज दीआं दो भुजावां बराबर ना होण तां लंबी भुजा दे सामने दा कोण वड्डा हुंदा है। दो भुजावां बराबर नहीं, तो मतलब एक त्रिभुज जो है वो विखम भुजी है। ठीक है। विखम भुजी है तो मतलब कुछ इस तरह की एंगल जो है, ट्रायंगल जो है वो ड्रॉ होवेगी। ठीक है। इहदे विच की कहा गया है? जेकर किसी त्रिभुज दीआं दो भुजावां बराबर ना होण, मतलब कोई भी भुजा बराबर नहीं है, तो जो लंबी भुजा है, ट्रायंगल है ए बी और सी, इहदे विच लंबी भुजा किहड़ी नज़र आ रही है? ए सी। लंबी भुजा दे सामने दा कोण, लंबी भुजा दे सामने दा कोण किहड़ा है? बी। वो की होएगा? वड्डा होएगा। सो ट्रायंगल दे विच देखण ते ही पता लग रहा है कि ये 90 डिग्री नूं क्रॉस कर रहा है। 90 डिग्री नूं क्रॉस कर रहा है, मतलब 90 डिग्री तो की है? वड्डा है। सो ट्रायंगल दे 3 कोणां दा जोड़ कितना है? 180 डिग्री।
ਸੋ ਜੇਕਰ ਇਹ 90 ਡਿਗਰੀ ਹੈ ਤਾਂ ਬਾਕੀ ਕੋਣ ਕਿੰਨੇ ਹੋਣਗੇ? 90 ਤੋਂ ਘੱਟ ਹੋਣਗੇ ਦੋਨੋਂ, ਠੀਕ ਹੈ, ਤਾਂ ਹੀ 180 ਹੋਏਗਾ ਨਾ। ਓਕੇ, ਸੋ ਨੈਕਸਟ ਹੈ ਇੱਕ ਹੋਰ ਥਿਓਰਮ ਹੈ, ਨੋਟ ਕਰਨਾ। ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ। ਕਿਸੇ ਵੀ ਤ੍ਰਿਭੁਜ ਦੇ ਵਿੱਚ ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ। ਪਿਛਲੀ ਪਿਛਲੀ ਥਿਓਰਮ ਦਾ ਬਿਲਕੁਲ ਉਲਟਾ ਹੈ। ਜਿਵੇਂ ਇੱਕ ਟ੍ਰਾਇੰਗਲ ਡਰੋ ਕਰ ਲੈਂਦੇ ਹਾਂ, ਠੀਕ ਹੈ। ਇਹਦੇ ਵਿੱਚ ਕੀ ਕਿਹਾ ਗਿਆ? ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੀ ਸਨਮੁਖ ਭੁਜਾ, ਵੱਡਾ ਕੋਣ ਕਿਹੜਾ ਸੀ? B, ਠੀਕ ਹੈ, ਇਹ C ਹੈ, ਇਹ A ਹੈ। ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ, ਮਤਲਬ ਜੋ ਕਰਨ ਹੈ ਉਹ ਕੀ ਹੋਏਗਾ? ਵੱਡਾ ਹੋਏਗਾ। ਕਰਨ ਕੀ ਹੋਏਗਾ? ਵੱਡਾ ਹੋਏਗਾ। AC ਕੀ ਹੋਏਗੀ? ਵੱਡੀ ਹੋਏਗੀ, ਠੀਕ ਹੈ। ਨੈਕਸਟ ਥਿਓਰਮ ਹੈ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਹ ਥਿਓਰਮ ਵੀ ਨੋਟ ਕਰ ਲਓ, ਇੰਪੋਰਟੈਂਟ ਹੈ। ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਕਿਵੇਂ? ਫੋਰ ਐਗਜ਼ਾਮਪਲ, ਇੱਕ ਟ੍ਰਾਇੰਗਲ ਹੈ PQR, ਜੇਕਰ ਇਹ ਭੁਜਾ 4 ਹੈ, ਇਹ 5 ਹੈ ਔਰ ਇਹ 3 ਹੈ। ਕੀ ਕਿਹਾ ਗਿਆ ਕਿ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਦਾ ਜੋੜ, ਦੋ ਭੁਜਾਵਾਂ ਦਾ ਜੋੜ ਕਰਕੇ ਦੇਖ ਲੈਂਦੇ ਹਾਂ। ਇੱਕ ਲੈ ਲਓ P ਔਰ Q प्लस Q और R, ਕੀ ਇਹ P और R ਦੇ इक्वल है? चलो देख लेने हैं। वैल्यू पुट करो, P और Q की वैल्यू कितनी है? 4, और Q और R की वैल्यू कितनी है? 5, और P और R की वैल्यू कितनी है? 3। तो ये की बराबर है? नहीं गा, क्योंकि थ्योरम विच ही दस्या गया है कि त्रिभुज दियाँ किसी दो भुजावां का जोड़ तीसरी भुजा तो वड्डा हुंदा है। दो भुजावां का जोड़ जो है वो तीसरी भुजा तो की है? वड्डा है। सो 9 वड्डा है 3 तो, ठीक है, 9 वड्डा है 3 तो। ओके, सो इस चैप्टर दे विच इन्ना ही सी। सो मिलते हैं नैक्सट वीडियो दे विच। नैक्सट वीडियो जो होएगी चक्कर दे उपर या चतुर्भुज दे उपर। चक्कर और चतुर्भुज करन तो बाद आपां करांगे ट्रायंगल का दूसरा पार्ट, उस तो बाद चक्कर का दूसरा पार्ट और चतुर्भुज का दूसरा पार्ट, ठीक है। सो मिलते हैं नैक्सट वीडियो दे विच।